ਐਂਪਰਰ ਦੇ ਨਵੇਂ ਕੱਪੜੇ। ਕਈ ਸਾਲ ਪਹਿਲਾਂ ਦੂਰ ਇੱਕ ਰਾਜ ਵਿੱਚ ਇੱਕ ਘਮੰਡੀ ਸਮਰਾਟ ਰਹਿੰਦਾ ਹੁੰਦਾ ਸੀ। ਇਸ ਸਮਰਾਟ ਨੂੰ ਕੱਪੜਿਆਂ ਨਾਲ ਬਹੁਤ ਪਿਆਰ ਸੀ ਅਤੇ ਉਹ ਆਪਣੇ ਸਾਰੇ ਪੈਸੇ ਕੱਪੜਿਆਂ ਦੇ ਠਾਠ-ਬਾਠ ਤੇ ਹੀ ਖਰਚ ਕਰਦਾ ਸੀ ਤਾਂ ਜੋ ਸੋਹਣਾ ਵਿਖੇ। ਉਹ ਆਪਣਾ ਜ਼ਿਆਦਾਤਰ ਸਮਾਂ ਨਵੇਂ ਕੱਪੜਿਆਂ ਨੂੰ ਪਾ ਕੇ ਵੇਖਣ ਵਿੱਚ ਸ਼ੀਸ਼ੇ ਦੇ ਸਾਹਮਣੇ ਹੀ ਗੁਜ਼ਾਰਦਾ ਸੀ। ਟੇਲਰ, ਮੈਂ ਕਿਵੇਂ ਦਾ ਦਿਖ ਰਿਹਾ? ਕੀ ਇਹ ਮੇਰੇ ਤੇ ਜੱਚ ਰਿਹਾ ਹੈ? ਬੇਸ਼ੱਕ ਮੇਰੇ ਮਹਾਰਾਜ, ਤੁਸੀਂ ਕੁਝ ਵੀ ਪਾਓ, ਤੁਹਾਡੇ ਤੇ ਬਹੁਤ ਜੱਚਦਾ ਹੈ। ਸਮਰਾਟ ਦਾ ਰਾਜ ਵੀ ਇੱਕ ਮਜ਼ੇਦਾਰ ਜਗ੍ਹਾ ਸੀ। ਬਾਜ਼ਾਰ ਵਿੱਚ ਵੇਚਣ ਦੇ ਲਈ ਰੰਗੀਨ ਕੱਪੜੇ, ਜ਼ੇਵਰ ਤੇ ਰੰਗ-ਬਿਰੰਗੀਆਂ ਚੀਜ਼ਾਂ ਸੀ। ਇੱਕ ਦਿਨ ਦੋ ਕੌਨਮੈਨ ਬਾਜ਼ਾਰ ਵਿੱਚ ਆਏ। ਉਹਨਾਂ ਨੇ ਖੁਦ ਨੂੰ ਦਰਜੀ ਦੇ ਰੂਪ ਵਿੱਚ ਪੇਸ਼ ਕੀਤਾ ਜੋ ਦੁਨੀਆ ਦਾ ਸਭ ਤੋਂ ਵਧੀਆ ਕੱਪੜਾ ਬਣਾਉਂਦੇ ਸੀ। ਉਹਨਾਂ ਨੂੰ ਪਤਾ ਸੀ ਕਿ ਸਮਰਾਟ ਰੰਗ-ਬਿਰੰਗੀ ਤੇ ਅਤਰੰਗੇ ਕੱਪੜਿਆਂ ਦਾ ਸ਼ੌਕ ਰੱਖਦਾ ਹੈ। ਉਹਨਾਂ ਨੇ ਉਸੇ ਵੇਲੇ ਬਾਜ਼ਾਰ ਵਿੱਚ ਅਫਵਾਹ ਫੈਲਾ ਦਿੱਤੀ ਕਿ ਜੋ ਕੱਪੜਾ ਉਹ ਬਣਾਉਂਦੇ ਨੇ ਉਹ ਸਪੈਸ਼ਲ ਕੱਪੜੇ ਦੀ ਖਾਸੀਅਤ ਇਹ ਸੀ ਕਿ ਜੋ ਲੋਕੀ ਆਪਣੀ ਨੌਕਰੀ ਦੇ ਕਾਬਿਲ ਨਹੀਂ ਸੀ ਅਤੇ ਜੋ ਮੂਰਖ ਨੇ ਉਹ ਇਹ ਕੱਪੜਾ ਨਹੀਂ ਵੇਚ ਸਕਣਗੇ। ਜ਼ਾਹਿਰ ਹੈ ਸਮਰਾਟ ਨੇ ਵੀ ਇਸ ਅਫਵਾਹ ਦੇ ਬਾਰੇ ਵਿੱਚ ਸੁਣਿਆ। ਕਮਾਲ ਕਮਾਲ! ਜੇ ਮੈਂ ਕੱਪੜੇ ਪਾਉਂਦਾ ਹਾਂ ਤਾਂ ਮੈਂ ਫਟਾਫਟ ਪਛਾਣ ਸਕਾਂਗਾ ਕਿ ਮੇਰੇ ਕਰਮਚਾਰੀਆਂ ਵਿੱਚੋਂ ਕੌਣ ਆਪਣੇ ਕੰਮ ਦੇ ਲਾਇਕ ਨਹੀਂ ਹੈ ਤੇ ਮੈਂ ਬੇਵਕੂਫਾਂ ਨੂੰ ਵੀ ਪਛਾਣ ਸਕਾਂਗਾ। ਇਸ ਟੇਲਰ ਨੂੰ ਹੁਣੇ ਪੇਸ਼ ਕੀਤਾ ਜਾਵੇ। ਫਿਰ ਉਹ ਫਰਜ਼ੀ ਦਰਜੀ ਸਮਰਾਟ ਨੂੰ ਮਿਲਣ ਵਾਸਤੇ ਆਏ। ਮੈਂ ਚਾਹੁੰਦਾ ਕਿ ਤੁਹਾਡੇ ਕੋਲ ਜਿਹੜਾ ਵਧੀਆ ਕੱਪੜਾ ਹੈ ਉਸ ਨਾਲ ਮੇਰੇ ਵਾਸਤੇ ਇੱਕ ਸ਼ਾਨਦਾਰ ਸੂਟ ਸਿਲਾ ਕੇ ਦਿਓ। ਜੇ ਮੈਨੂੰ ਪਸੰਦ ਆ ਗਿਆ ਤਾਂ ਤੁਹਾਡੀ ਮੰਗ ਤੋਂ ਮੈਂ ਵੱਧ ਭੁਗਤਾਨ ਕਰਾਂਗਾ। ਜੇ ਮੈਨੂੰ ਪਸੰਦ ਨਹੀਂ ਆਇਆ ਤਾਂ ਮੇਰੇ ਮਹਾਰਾਜ, ਤੁਸੀਂ ਬਿਲਕੁਲ ਚਿੰਤਾ ਨਾ ਕਰੋ। ਅਸੀਂ ਤੁਹਾਡੇ ਲਈ ਅਜਿਹਾ ਲਾਜਵਾਬ ਸੂਟ ਬਣਾਵਾਂਗੇ ਜਿਸ ਦੇ ਵਰਗਾ ਹੋਰ ਕੋਈ ਨਹੀਂ ਹੋਵੇਗਾ। ਮੇਰੇ ਮਹਾਰਾਜ, ਕੀ ਰੰਗ ਤੁਸੀਂ ਪਸੰਦ ਕਰੋਗੇ ਜਾਂ ਅਸੀਂ ਤੁਹਾਡੇ ਲਈ ਚੁਣੀਏ? ਤੁਸੀਂ ਹੀ ਚੁਣੋ। ਫਟਾਫਟ ਕੰਮ ਸ਼ੁਰੂ ਕਰੋ। ਤੁਹਾਡੀ ਸ਼ੁਰੂਆਤੀ ਲਾਗਤ ਦੇ ਲਈ ਇਹ ਤੁਹਾਨੂੰ ਭੁਗਤਾਨ ਕਰਨਗੇ। ਦਰਜੀਆਂ ਨੇ ਉਸੇ ਵੇਲੇ ਇੱਕ ਖਾਨਾ ਲਾਇਆ ਤੇ ਕੰਮ ਸ਼ੁਰੂ ਹੋਇਆ। ਪਰ ਕਿਹਾ ਜਾਂਦਾ ਹੈ ਕਿ ਉੱਥੇ ਵੇਖਣ ਵਾਸਤੇ ਕੁਝ ਵੀ ਨਹੀਂ ਸੀ। ਉਹਨਾਂ ਨੂੰ ਸੁਨਹਿਰੇ ਧਾਗੇ ਤੇ ਬਿਹਤਰੀਨ ਰੇਸ਼ਮ ਤੇ ਸਾਰੀ ਤਰ੍ਹਾਂ ਦੇ ਗਹਿਣੇ ਖਰੀਦਣ ਵਾਸਤੇ ਕਿਹਾ ਗਿਆ। ਪਰ ਉਹਨਾਂ ਨੂੰ ਜੋ ਮਿਲਿਆ ਉਹਨਾਂ ਨੇ ਆਪਣੇ ਬੈਗ ਵਿੱਚ ਰੱਖਿਆ ਤੇ ਖਾਲੀ ਲੂਮ ਤੇ ਦੇਰ ਤੱਕ ਕੰਮ ਕਰਦੇ ਰਹੇ। ਸਮਰਾਟ ਬੜਾ ਬੇਤਾਬ ਸੀ ਤੇ ਵੇਖਣਾ ਚਾਹੁੰਦਾ ਸੀ ਕਿ ਦਰਜੀ ਉਹਦੇ ਲਈ ਕਿਵੇਂ ਦਾ ਸੂਟ ਬਣਾ ਰਹੇ ਨੇ। ਪਰ ਉਹ ਇਸ ਗੱਲ ਤੋਂ ਵੀ ਡਰਿਆ ਹੋਇਆ ਸੀ ਕਿ ਜੋ ਮੂਰਖ ਨੇ ਤੇ ਆਪਣੇ ਪਦ ਦੇ ਲਾਇਕ ਨਹੀਂ ਉਹ ਸੂਟ ਨਹੀਂ ਵੇਖ ਸਕਦੇ। ਵੈਸੇ ਮੇਰੇ ਲਈ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ। ਫੇਰ ਵੀ ਮੈਂ ਆਪਣੇ ਭਰੋਸੇਮੰਦ ਮੰਤਰੀ ਨੂੰ ਭੇਜਦਾ ਹਾਂ। ਉਹ ਬਹੁਤ ਅਕਲਮੰਦ ਤਾਂ ਹੈ ਹੀ ਤੇ ਮੇਰਾ ਸਭ ਤੋਂ ਵਧੀਆ ਮੰਤਰੀ ਵੀ ਹੈ। ਤਾਂ ਦਿਲਦਾਰ ਤੇ ਇਮਾਨਦਾਰ ਮੰਤਰੀ ਕਮਰੇ ਵਿੱਚ ਦਾਖਲ ਹੋਇਆ ਜਿੱਥੇ ਦੋ ਕੌਨਮੈਨ ਖਾਲੀ ਲੂਮ ਤੇ ਕੰਮ ਕਰ ਰਹੇ ਸੀ। ਉਹਨੇ ਆਪਣੀਆਂ ਅੱਖਾਂ ਚੌੜੀਆਂ ਕੀਤੀਆਂ। ਪਰ ਕੀ ਇਹ ਅਸਲ ਵਿੱਚ ਹੋ ਸਕਦਾ ਹੈ ਕਿ ਅਸਲ ਵਿੱਚ ਉਹ ਕੁਝ ਵੀ ਨਾ ਵੇਖ ਸਕੇ? ਉਹ ਕਿਸੇ ਨੂੰ ਦੱਸ ਵੀ ਨਹੀਂ ਸਕਿਆ। ਦੋ ਕੌਨਮੈਨ ਨੇ ਉਹਨੂੰ ਨੇੜੇ ਬੁਲਾਇਆ। ਕਿਰਪਾ ਕਰਕੇ ਮੈਨੂੰ ਦੱਸੋ ਮੰਤਰੀ ਜੀ ਕਿ ਤੁਸੀਂ ਕਦੇ ਇੰਨੇ ਸੋਹਣੇ ਕਾਰਾਗੀਰੀ ਦੇ ਇੰਨੇ ਸ਼ਾਨਦਾਰ ਰੰਗ ਵੇਖੇ ਨੇ? ਵੇਖੋ, ਇਮਾਨਦਾਰੀ ਨਾਲ ਕਵਾਂ ਤਾਂ ਸੱਚੀ ਮੈਂ ਅੱਜ ਤੱਕ ਅਜਿਹੇ ਰੰਗ ਤੇ ਕਾਰਾਗਰੀ ਨਹੀਂ ਵੇਖੀ। ਇਹ ਬਹੁਤ ਹੀ ਵਧੀਆ ਹੈ। ਸਮਰਾਟ ਨੂੰ ਜ਼ਰੂਰ ਪਸੰਦ ਆਵੇਗੀ। ਜੋ ਵੀ ਕਿਹਾ ਗਿਆ, ਮੰਤਰੀ ਨੇ ਸੋਚਿਆ ਜਾਂ ਤਾਂ ਮੈਂ ਮੂਰਖ ਹਾਂ ਜਾਂ ਮੈਂ ਸਮਰਾਟ ਦੇ ਮੰਤਰੀ ਪਦ ਦੇ ਕਾਬਿਲ ਨਹੀਂ ਹਾਂ। ਹੋਰ ਕੋਈ ਵਿਕਲਪ ਨਾ ਹੋਣ ਕਰਕੇ ਬਿਨਾਂ ਕੁਝ ਕਹੇ ਉਹ ਕਮਰੇ ਤੋਂ ਬਾਹਰ ਆ ਗਿਆ। ਸਮਰਾਟ ਮੰਤਰੀ ਦੀ ਰਾਏ ਨੂੰ ਜਾਣਨ ਲਈ ਬੜੀ ਬੇਸਬਰੀ ਨਾਲ ਉਹਦਾ ਇੰਤਜ਼ਾਰ ਕਰ ਰਿਹਾ ਸੀ। ਆਖਰਕਾਰ ਮੰਤਰੀ ਸਮਰਾਟ ਨੂੰ ਮਿਲਣ ਗਿਆ ਤੇ ਉਹਨਾਂ ਨੂੰ ਡਿਜ਼ਾਈਨ ਦੀ ਖੂਬਸੂਰਤੀ ਤੇ ਸੂਟ ਦੇ ਕਮਾਲ ਦੇ ਰੰਗਾਂ ਬਾਰੇ ਦੱਸਣ ਲੱਗਾ। ਸਮਰਾਟ ਬਹੁਤ ਖੁਸ਼ ਹੋਇਆ। ਇਸ ਤਰ੍ਹਾਂ ਦਰਜੀ ਹੋਰ ਜ਼ਿਆਦਾ ਸੁਨਹਿਰੇ ਧਾਗੇ ਤੇ ਰੇਸ਼ਮ ਦੀ ਮੰਗ ਕਰ ਸਕੇ ਜੋ ਉਹਨਾਂ ਨੇ ਆਪਣੇ ਬੈਗ ਵਿੱਚ ਪਾ ਲਏ। ਲੂਮ ਵਿੱਚ ਇੱਕ ਵੀ ਧਾਗਾ ਨਜ਼ਰ ਨਹੀਂ ਆ ਰਿਹਾ ਸੀ। ਫਿਰ ਵੀ ਦਰਜੀ ਲਗਾਤਾਰ ਕੰਮ ਕਰਦੇ ਰਹੇ। ਕੁਝ ਸਮੇਂ ਬਾਅਦ ਸਮਰਾਟ ਨੇ ਆਪਣੇ ਇੱਕ ਹੋਰ ਭਰੋਸੇਮੰਦ ਮੰਤਰੀ ਨੂੰ
ਸੂਟ ਨੂੰ ਵੇਖਣ ਦੇ ਲਈ ਭੇਜਿਆ। ਮੰਤਰੀ ਨੇ ਕਮਰੇ ਵਿੱਚ ਚਲਾਕ ਨਜ਼ਰ ਮਾਰੀ, ਪਰ ਉੱਥੇ ਕੁਝ ਵੀ ਨਹੀਂ ਸੀ ਤਾਂ ਉਹਨੂੰ ਵੀ ਕੁਝ ਵੀ ਨਜ਼ਰ ਨਹੀਂ ਆਇਆ। ਕਿੰਨਾ ਸੋਹਣਾ ਕੱਪੜਾ ਹੈ ਨਾ? ਮੰਤਰੀ ਸੋਚਣ ਲੱਗਾ, ਮੈਂ ਬੇਸ਼ੱਕ ਮੂਰਖ ਤਾਂ ਨਹੀਂ ਹਾਂ, ਪਰ ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਪਦ ਦੇ ਲਾਇਕ ਨਹੀਂ ਹਾਂ। ਇਹ ਮਾੜੀ ਗੱਲ ਹੈ, ਪਰ ਮੈਨੂੰ ਇਹ ਕਿਸੇ ਨੂੰ ਦੱਸਣਾ ਨਹੀਂ ਚਾਹੀਦਾ। ਸਮਰਾਟ ਦੇ ਕੋਲ ਵਾਪਸ ਜਾਣ ਤੇ ਮੰਤਰੀ ਨੇ ਸੂਟ ਦੀ ਤਾਰੀਫ ਕੀਤੀ ਤੇ ਉਹਨੇ ਇਹ ਵੀ ਕਿਹਾ ਕਿ ਰੰਗਾਂ ਦੀ ਅਜਿਹੀ ਸੁੰਦਰਤਾ ਤੇ ਡਿਜ਼ਾਈਨ ਵੇਖ ਕੇ ਉਹ ਤਾਂ ਹੈਰਾਨ ਹੀ ਰਹਿ ਗਿਆ। ਇਹ ਸੁਣ ਕੇ ਸਮਰਾਟ ਬਹੁਤ ਖੁਸ਼ ਹੋਇਆ ਅਤੇ ਉਹ ਸੂਟ ਵੇਖਣ ਦੇ ਲਈ ਹੁਣ ਬਹੁਤ ਉਤਾਵਲਾ ਸੀ। ਰਾਜ ਵਿੱਚ ਹਰ ਕੋਈ ਇਸ ਸ਼ਾਨਦਾਰ ਕੱਪੜੇ ਦੀ ਗੱਲ ਕਰ ਰਿਹਾ ਸੀ। ਹਰ ਕੋਈ ਜਾਣਦਾ ਸੀ ਕਿ ਸਿਰਫ ਬੁੱਧੀਮਾਨ ਹੀ ਇਹਨੂੰ ਵੇਖ ਸਕਦੇ ਨੇ। ਹੁਣ ਸਮਰਾਟ ਵੀ ਇਹਨੂੰ ਵੇਖਣਾ ਚਾਹੁੰਦਾ ਸੀ ਤਾਂ ਉਹਨੇ ਆਪਣੇ ਮੰਤਰੀਆਂ ਨੂੰ ਨਾਲ ਲਿਆ ਤੇ ਕਮਰੇ ਵਿੱਚ ਚਲਾ ਗਿਆ ਜਿੱਥੇ ਦਰਜੀ ਕੰਮ ਕਰ ਰਹੇ ਸੀ। ਖਾਲੀ ਲੂਮ ਤੇ ਕੜੀ ਮਿਹਨਤ ਕਰ ਰਹੇ ਕੌਨਮੈਨ ਨੇ ਸਮਰਾਟ ਨੂੰ ਸਲਾਮ ਕੀਤਾ। ਦੋਨੋਂ ਮੰਤਰੀਆਂ ਨੇ ਸਮਰਾਟ ਦੇ ਸਾਹਮਣੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ। ਵੈਸੇ ਇਹ ਵਾਕਈ ਅਨਮੋਲ ਹੈ ਨਾ? ਹਾਂ, ਬੁਣਾਈ ਵੀ ਬਹੁਤ ਬਿਹਤਰ ਲੱਗ ਰਹੀ ਹੈ। ਇਸ ਦੀ ਕਾਰਾਗਰੀ ਤੇ ਰੰਗ ਨੂੰ ਤਾਂ ਵੇਖੋ। ਮਹਾਰਾਜ, ਤੁਹਾਡਾ ਕੀ ਖਿਆਲ ਹੈ? ਸਮਰਾਟ ਨੇ ਖਾਲੀ ਲੂਮ ਤੇ ਇੱਕ ਲੰਮੀ ਤੇ ਸਖਤ ਨਜ਼ਰ ਪਾਈ ਤੇ ਬੇਸ਼ੱਕ ਉਹਨੇ ਇਹ ਸੋਚਿਆ ਕਿ ਇੱਥੇ ਹਰ ਕੋਈ ਇਸ ਕੱਪੜੇ ਨੂੰ ਵੇਖ ਸਕਦਾ ਹੈ। ਇਸ ਦਾ ਕੀ ਮਤਲਬ ਹੈ? ਮੈਨੂੰ ਕੁਝ ਵੀ ਵਿਖਾਈ ਨਹੀਂ ਦੇ ਰਿਹਾ। ਇਹ ਨਾਮੁਮਕਿਨ ਹੈ ਕਿ ਮੈਂ ਮੂਰਖ ਹਾਂ ਜਾਂ ਸਮਰਾਟ ਬਣਨ ਦੇ ਲਾਇਕ ਨਹੀਂ ਹਾਂ। ਇਹ ਸਮਰਾਟ ਦੇ ਵਿਚਾਰ ਸੀ, ਪਰ ਬੋਲ ਉਹਦੇ ਮੂੰਹੋਂ ਕੁਝ ਹੋਰ ਹੀ ਨਿਕਲੇ। ਵਾਹ, ਬਹੁਤ ਸੋਹਣਾ, ਬਹੁਤ ਵਧੀਆ। ਇੰਨੀ ਸ਼ਾਨਦਾਰ ਚੀਜ਼ ਮੈਂ ਅੱਜ ਤੱਕ ਨਹੀਂ ਵੇਖੀ। ਸਮਰਾਟ ਦੇ ਨਾਲ ਵਾਲੇ ਮੰਤਰੀਆਂ ਨੂੰ ਵੀ ਵਾਹ, ਬਹੁਤ ਵਧੀਆ ਕਹਿ ਕੇ ਹਾਮੀ ਭਰਨੀ ਪਈ। ਕੌਨਮੈਨ ਨੇ ਸਮਰਾਟ ਨੂੰ ਇਸ ਸੂਟ ਨੂੰ ਅਗਲੇ ਜਸ਼ਨ ਵਿੱਚ ਪਾਉਣ ਦੀ ਦਰਖਾਸਤ ਕੀਤੀ ਤੇ ਸਮਰਾਟ ਦੇ ਕੋਲ ਉਹਨਾਂ ਦੀ ਇਸ ਦਰਖਾਸਤ ਨੂੰ ਮੰਨਣ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਸੀ। ਪੂਰਾ ਰਾਜ ਸਮਰਾਟ ਦਾ ਇਹ ਨਵਾਂ ਸੂਟ ਵੇਖਣ ਦੇ ਲਈ ਬੜੀ ਉਤਸੁਕਤਾ ਨਾਲ ਇੰਤਜ਼ਾਰ ਕਰ ਰਿਹਾ ਸੀ। ਸਾਰੇ ਲੋਕੀ ਦਰਜੀਆਂ ਦੀ ਤਾਰੀਫ ਕਰ ਰਹੇ ਸੀ। ਸਮਰਾਟ ਨੇ ਵੀ ਇੱਕ ਮੈਡਲ ਦੇ ਕੇ ਦਰਜੀਆਂ ਦਾ ਸਨਮਾਨ ਕੀਤਾ ਤੇ ਉਹਨਾਂ ਨੂੰ ਰਾਜ ਦਾ ਗੁਪਤ ਦਰਜੀ ਦਾ ਖਿਤਾਬ ਵੀ ਦਿੱਤਾ। ਵੱਡੇ ਜਸ਼ਨ ਤੋਂ ਇੱਕ ਦਿਨ ਪਹਿਲਾਂ ਤੱਕ ਦੋਹੇ ਦਰਜੀਆਂ ਨੇ ਦਿਨ ਰਾਤ ਸਵੇਰ ਹੋਣ ਤੱਕ ਕੰਮ ਕੀਤਾ ਤੇ ਸਾਰਿਆਂ ਨੇ ਵੇਖਿਆ ਕਿ ਸਮਰਾਟ ਦਾ ਸੂਟ ਪੂਰਾ ਕਰਨ ਦੇ ਲਈ ਦੋਹਾਂ ਨੇ ਕਿੰਨੀ ਮਿਹਨਤ ਕੀਤੀ ਹੈ। ਸਵੇਰੇ ਸਮਰਾਟ ਆਪਣੇ ਭਰੋਸੇਮੰਦ ਲੋਕਾਂ ਦੇ ਨਾਲ ਕੌਨਮੈਨ ਦੇ ਕੋਲ ਆਇਆ। ਤੁਹਾਡਾ ਸੂਟ ਤਿਆਰ ਹੈ ਸਮਰਾਟ। ਦੋਹਾਂ ਕੌਨਮੈਨ ਨੇ ਆਪਣੇ ਹੱਥ ਉੱਤੇ ਕੀਤੇ ਜਿਵੇਂ ਕੁਝ ਵਿਖਾ ਰਹੇ ਹੋਣ ਅਤੇ ਕਿਹਾ, ਇਹ ਪੈਂਟ ਹੈ, ਇਹ ਜੈਕਟ ਅਤੇ ਇਹ ਕੈਪ ਹੈ, ਅਤੇ ਇੱਕ ਤੋਂ ਬਾਅਦ ਇੱਕ ਅਦ੍ਰਿਸ਼ ਸੂਟ ਵਿਖਾਇਆ। ਸਮਰਾਟ ਤੇ ਉਹਨਾਂ ਦੇ ਆਦਮੀ ਕੁਝ ਨਾ ਬੋਲ ਸਕੇ। ਇਹ ਮੱਕੜੀ ਦੇ ਜਾਲੇ ਜਿੰਨਾ ਹਲਕਾ ਹੈ, ਮੰਨੋ ਜਿਵੇਂ ਕੁਝ ਪਾਇਆ ਹੀ ਨਾ ਹੋਵੇ। ਪਰ ਇਹੀ ਤਾਂ ਇਸ ਕੱਪੜੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ। ਸਮਰਾਟ, ਕਿਰਪਾ ਕਰਕੇ ਤੁਸੀਂ ਤੁਹਾਨੂੰ ਤਿਆਰ ਕਰਨ ਦੀ ਇਜਾਜ਼ਤ ਦਿਓ। ਕੀ ਤੁਸੀਂ ਆਪਣੇ ਕੱਪੜੇ ਉਤਾਰ ਸਕਦੇ ਹੋ? ਸਮਰਾਟ ਨੇ ਆਪਣੇ ਕੱਪੜੇ ਉਤਾਰੇ ਅਤੇ ਉਹ ਉਹਨੂੰ ਤਿਆਰ ਕਰਨ ਲੱਗੇ। ਖੈਰ, ਅਸਲ ਵਿੱਚ ਉਹ ਅਜਿਹਾ ਕਰਨ ਦਾ ਨਾਟਕ ਕਰਨ ਲੱਗੇ। ਆਖਰਕਾਰ ਇੱਕ ਕੌਨਮੈਨ ਨੇ ਉਹਨਾਂ ਨੂੰ ਕੈਪ ਪਾਈ। ਸਮਰਾਟ ਨੇ ਸ਼ੀਸ਼ੇ ਦੇ ਸਾਹਮਣੇ ਖੁਦ ਨੂੰ ਸੱਜੇ ਖੱਬੇ ਵੇਖਿਆ ਅਤੇ ਫਿਰ ਮੁੜ ਕੇ ਆਪਣੇ ਮੰਤਰੀਆਂ ਵੱਲ ਵੇਖਿਆ। ਸਾਰਿਆਂ ਨੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਵਾਹ ਮਹਾਰਾਜ, ਵਾਹ ਵਾਹ ਇਹ ਕੱਪੜਾ ਮਹਾਰਾਜ, ਤਾਂ ਬਹੁਤ ਤੁਹਾਡੇ ਵਧੀਆ ਤੇ ਲੱਗ ਰਿਹਾ ਬਹੁਤ ਤੁਸੀਂ। ਫੱਬ ਰਿਹਾ ਇਹ ਹੈ। ਤੁਹਾਡੇ ਤੇ ਫੱਬ ਰਿਹਾ ਹੈ। ਇਹ ਕੱਪੜਾ ਵੀ ਇਹ ਬਹੁਤ ਹੀ ਵਧੀਆ ਕਮਾਲ ਦਾ ਹੈ। ਵਾਹ ਮਹਾਰਾਜ। ਸਮਰਾਟ ਨੇ ਖੁਦ ਨੂੰ ਫਿਰ ਤੋਂ ਸ਼ੀਸ਼ੇ ਵਿੱਚ ਵੇਖਿਆ ਕਿਉਂਕਿ ਉਹਨੇ ਖੁਦ ਨੂੰ ਇੰਜ ਵਿਖਾਣਾ ਸੀ ਕਿ ਉਹ ਕਿੰਨਾ ਸੋਹਣਾ ਲੱਗ ਰਿਹਾ ਹੈ। ਹਾਂ, ਮੈਨੂੰ ਲੱਗ ਰਿਹਾ ਹੈ ਇਹ ਵਾਕਈ ਬਹੁਤ ਸੋਹਣਾ ਹੈ। ਠੀਕ ਹੈ, ਤਾਂ ਮੈਂ ਤਿਆਰ ਹਾਂ। ਸਮਰਾਟ ਦੇ ਮੰਤਰੀਆਂ ਨੇ ਉਹਦੀ ਕੈਪ ਸਿੱਧੀ ਕਰਨ ਦਾ ਨਾਟਕ ਕੀਤਾ
ਕਿਉਂਕਿ ਉਹਨਾਂ ਨੇ ਇਹ ਨਹੀਂ ਜਤਾਣਾ ਸੀ ਕਿ ਉਹਨਾਂ ਨੂੰ ਕੁਝ ਨਹੀਂ ਵੇਖ ਰਿਹਾ, ਤੇ ਉਹ ਸਾਰੇ ਬਾਹਰ ਚਲੇ ਗਏ। ਸੜਕਾਂ ਤੇ ਵੀ ਸਾਰੇ ਲੋਕੀ ਇਹੀ ਹੱਲਾ ਪਾ ਰਹੇ ਸੀ ਕਿ ਸਮਰਾਟ ਦਾ ਨਵਾਂ ਸੂਟ ਕਿੰਨਾ ਸੋਹਣਾ ਹੈ। ਕਿਸੇ ਨੇ ਇਹ ਕਹਿਣ ਦੀ ਹਿੰਮਤ ਨਹੀਂ ਕੀਤੀ ਕਿ ਉਹਨੇ ਕੁਝ ਵੀ ਨਹੀਂ ਪਾਇਆ ਹੋਇਆ, ਕਿਉਂਕਿ ਜੇ ਉਹ ਅਜਿਹਾ ਕਹਿੰਦੇ ਤਾਂ ਜਾਂ ਤਾਂ ਉਹ ਆਪਣੀ ਨੌਕਰੀ ਗਵਾ ਸਕਦੇ ਸੀ ਜਾਂ ਫਿਰ ਮੂੰਹ ਰਕਵਾਉਂਦੇ। ਉਸੇ ਵੇਲੇ ਭੀੜ ਵਿੱਚੋਂ ਇੱਕ ਬੱਚਾ ਚਿল্ਲਾਇਆ, ਪਰ ਰਾਜਾ ਨੇ ਤਾਂ ਕੁਝ ਵੀ ਨਹੀਂ ਪਾਇਆ ਹੋਇਆ। ਰਾਜਾ, ਉਹਦੇ ਮੰਤਰੀ, ਸੈਨਿਕ ਤੇ ਬਾਕੀ ਲੋਕ ਇੱਕ ਸਕਿੰਟ ਦੇ ਲਈ ਜਿਵੇਂ ਸੁੰਨ ਰਹਿ ਗਏ ਹੋਣ। ਵੇਖੋ ਵੇਖੋ, ਰਾਜਾ ਤੇ ਨੰਗਾ ਹੈ। ਇਹ ਇੱਕ ਮਾਸੂਮ ਬੱਚੇ ਦੇ ਬੋਲ ਸੀ। ਸਿਰਫ ਉਹੀ ਉਸ ਸਥਿਤੀ ਦੀ ਸੱਚਾਈ ਦੱਸ ਸਕਦਾ ਸੀ। ਤਾਂ ਬੱਚੇ ਦੇ ਪਿਤਾ ਨੂੰ ਬੁਲਾਇਆ ਇਹ ਗਿਆ। ਸੱਚ ਹੈ, ਮਹਾਰਾਜ ਨੇ ਕੋਈ ਕੱਪੜੇ ਨਹੀਂ ਪਾਏ ਨੇ, ਉਹ ਨਿਰਵਸਤਰ ਨੇ। ਆਖਰ ਵਿੱਚ ਸਾਰਿਆਂ ਨੇ ਹਿੰਮਤ ਜੁਟਾਈ ਤੇ ਚਿল্ਲਾਣਾ ਸ਼ੁਰੂ ਕੀਤਾ, ਰਾਜਾ ਨੰਗਾ ਹੈ, ਰਾਜਾ ਨੰਗਾ ਹੈ। ਵੇਖੋ ਵੇਖੋ, ਰਾਜਾ ਨੰਗਾ ਹੈ। ਰਾਜਾ ਨੇ ਤੇ ਕੁਝ ਵੀ ਨਹੀਂ ਪਾਇਆ ਹੋਇਆ, ਉਹ ਤੇ ਨੰਗਾ ਹੈ। ਰਾਜਾ ਨੂੰ ਕੌੜੀ ਸੱਚਾਈ ਪਤਾ ਚੱਲ ਚੁੱਕੀ ਸੀ, ਪਰ ਉਹਨੇ ਅਜਿਹਾ ਜਤਾਇਆ ਨਹੀਂ ਤੇ ਆਪਣੀ ਗਰਦਨ ਨੂੰ ਅਕੜ ਨਾਲ ਉੱਚੀ ਰੱਖਦੇ ਹੋਏ ਅੱਗੇ ਵਧਿਆ ਤੇ ਮੰਤਰੀਆਂ ਨੇ ਵੀ ਕੈਪ ਸਿੱਧੀ ਕਰਨ ਦਾ ਨਾਟਕ ਜਾਰੀ ਰੱਖਿਆ। ਰਾਜਾ ਨੰਗਾ ਹੈ। ਰਾਜਾ ਬਿਲਕੁਲ ਐਵੇਂ ਚੱਲਦਾ ਰਿਹਾ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਦੋ ਕੌਨਮੈਨ ਪਹਿਲਾਂ ਤੋਂ ਹੀ ਘਮੰਡੀ ਰਾਜਾ ਦਾ ਦੇਸ਼ ਛੱਡ ਚੁੱਕੇ ਸੀ, ਆਪਣੇ ਨਾਲ ਕੀਮਤੀ ਹੀਰੇ, ਕੱਪੜੇ ਤੇ ਹਾਂ, ਸੋਨੇ ਦੇ ਧਾਗੇ ਲੈ ਕੇ। ਕਈ ਸਾਲ ਪਹਿਲਾਂ ਇੱਕ ਚੱਕੀ ਵਾਲਾ ਆਪਣੀ ਖੂਬਸੂਰਤ ਬੇਟੀ ਦੇ ਨਾਲ ਰਹਿੰਦਾ ਸੀ। ਚੱਕੀ ਵਾਲਾ ਹਮੇਸ਼ਾ ਅਮੀਰ ਹੋਣ ਦਾ ਸੁਪਨਾ ਵੇਖਦਾ ਸੀ, ਇਸੇ ਕਰਕੇ ਉਹ ਆਲੇ ਦੁਆਲੇ ਦੇ ਲੋਕਾਂ ਨੂੰ ਝੂਠ ਬੋਲਦਾ ਸੀ। ਉਹਦੀਆਂ ਝੂਠੀਆਂ ਮਸ਼ਹੂਰ ਕਹਾਣੀਆਂ ਰਾਜਾ ਤੱਕ ਵੀ ਜਾ ਪਹੁੰਚੀਆਂ। ਰਾਜਾ ਨੇ ਉਹਨੂੰ ਮਹਿਲ ਵਿੱਚ ਬੁਲਾ ਕੇ ਸਬਕ ਸਿਖਾਉਣ ਦਾ ਫੈਸਲਾ ਕੀਤਾ, ਪਰ ਚੱਕੀ ਵਾਲੇ ਨੂੰ ਰਾਜਾ ਸਾਹਮਣੇ ਝੂਠ ਬੋਲਦੇ ਹੋਏ ਵੀ ਝਿਜਕ ਨਹੀਂ ਹੋਈ। ਮਹਾਰਾਜ, ਮੇਰੀ ਧੀ ਭੂਸੇ ਨੂੰ ਸੋਨੇ ਦੇ ਧਾਗੇ ਵਿੱਚ ਬਦਲ ਸਕਦੀ ਹੈ। ਰਾਜਾ ਨੂੰ ਉਹਦੇ ਤੇ ਯਕੀਨ ਨਹੀਂ ਹੋਇਆ। ਠੀਕ ਹੈ, ਜੇ ਇਹ ਗੱਲ ਹੈ ਤਾਂ ਉਸ ਨੂੰ ਕੱਲ ਇੱਥੇ ਲੈ ਕੇ ਆ, ਸਾਨੂੰ ਵਿਖਾ। ਜਦ ਚੱਕੀ ਵਾਲੇ ਨੇ ਇਹ ਗੱਲ ਆਪਣੀ ਧੀ ਨੂੰ ਦੱਸੀ ਤਾਂ ਉਹ ਗੁੱਸਾ ਹੋ ਗਈ। ਪਿਤਾ ਜੀ, ਤੁਸੀਂ ਫੇਰ ਤੋਂ ਝੂਠ ਬੋਲਿਆ, ਹੁਣ ਮੈਂ ਕੀ ਕਰਾਂ? ਉਸ ਦੇ ਪਿਤਾ ਬਹੁਤ ਸ਼ਰਮਿੰਦਾ ਸੀ। ਅਗਲੇ ਦਿਨ ਬੇਬਸ ਚੱਕੀ ਵਾਲਾ ਤੇ ਉਹਦੀ ਧੀ ਰਾਜਾ ਦੇ ਕੋਲ ਗਏ। ਰਾਜਾ ਉਹਦੀ ਧੀ ਨੂੰ ਇੱਕ ਕਮਰੇ ਵਿੱਚ ਲੈ ਗਿਆ। ਕਮਰੇ ਵਿੱਚ ਇੱਕ ਚਰਖਾ ਤੇ ਭੂਸੇ ਦੀ ਟੋਕਰੀ ਭਰੀ ਹੋਈ ਰੱਖੀ ਸੀ। ਸੂਰਜ ਉੱਗਣ ਤੱਕ ਸਾਰੇ ਭੂਸੇ ਨੂੰ ਸੋਨੇ ਵਿੱਚ ਬਦਲ ਦੇਈਂ। ਜੇ ਤੂੰ ਨਹੀਂ ਕਰ ਸਕੀ ਤਾਂ ਤੈਨੂੰ ਬਹੁਤ ਵੱਡੀ ਸਜ਼ਾ ਮਿਲੇਗੀ। ਰਾਜਾ ਨੇ ਚੱਕੀ ਵਾਲੇ ਨੂੰ ਬੰਦ ਕਰਕੇ ਰੱਖਿਆ ਤੇ ਬੇਟੀ ਦੇ ਲਈ 2 ਪਹਿਰੇਦਾਰ ਰੱਖੇ। ਬੇਟੀ ਨੇ ਭੂਸਾ ਤੇ ਫਿਰ ਚਰਖੇ ਦੇ ਵੱਲ ਵੇਖਿਆ ਤੇ ਰੋਣ ਲੱਗੀ। ਓ ਪਿਤਾ ਜੀ। ਅਚਾਨਕ ਕਮਰੇ ਵਿੱਚ ਰੌਸ਼ਨੀ ਨਜ਼ਰ ਆਈ। ਜਦੋਂ ਰੌਸ਼ਨੀ ਗਾਇਬ ਹੋਈ ਤਾਂ ਇੱਕ ਛੋਟਾ ਜਿਹਾ ਬਦਸ਼ਕਲਾ ਬੌਨਾ ਪ੍ਰਗਟ ਹੋਇਆ। ਬੇਟੀ ਨੇ ਹੈਰਾਨ ਹੋ ਕੇ ਬੌਨੇ ਵੱਲ ਵੇਖਿਆ। ਤੂੰ ਕਿਉਂ ਰੋ ਰਹੀ ਹੈ? ਰਾਜਾ ਚਾਹੁੰਦੇ ਨੇ ਕਿ ਮੈਂ ਇਸ ਭੂਸੇ ਨੂੰ ਸੋਨੇ ਵਿੱਚ ਬਦਲ ਦਿਆਂ, ਪਰ ਮੈਂ ਨਹੀਂ ਕਰ ਸਕਦੀ। ਮੈਂ ਤੇਰੇ ਲਈ ਕਰ ਸਕਦਾ, ਪਰ ਇਸ ਦੇ ਬਦਲੇ ਵਿੱਚ ਤੂੰ ਮੈਨੂੰ ਕੀ ਦੇ ਸਕਦੀ ਹੈ? ਬੇਟੀ ਨੇ ਆਪਣੇ ਗਲੇ ਦਾ ਹਾਰ ਬੌਨੇ ਨੂੰ ਦੇ ਦਿੱਤਾ। ਜਿਵੇਂ ਹੀ ਬੌਨੇ ਨੂੰ ਹਾਰ ਮਿਲਿਆ, ਉਹ ਚਰਖੇ ਦੇ ਸਾਹਮਣੇ ਬਹਿ ਗਿਆ ਤੇ ਭੂਸੇ ਨੂੰ ਘੁਮਾਉਣ ਲੱਗਾ। ਚੱਕਰ ਦੇ ਚਾਰੋਂ ਪਾਸੇ ਘੁੰਮਦੇ ਹੀ ਚਰਖਾ ਸੁਨਹਿਰੇ ਭੂਸੇ ਵਿੱਚ ਭਰਨ ਲੱਗਾ।
ਥੋੜੇ ਹੀ ਚਿਰ ਵਿੱਚ ਬੌਨੇ ਨੇ ਸਾਰੇ ਭੂਸੇ ਨੂੰ ਸੋਨੇ ਵਿੱਚ ਬਦਲ ਦਿੱਤਾ ਅਤੇ ਜਿਵੇਂ ਉਹ ਪ੍ਰਗਟ ਹੋਇਆ ਸੀ ਉਵੇਂ ਹੀ ਗਾਇਬ ਹੋ ਗਿਆ। ਹੁਣ ਸਵੇਰ ਹੋ ਗਈ ਸੀ। ਰਾਜਾ ਕਮਰੇ ਵਿੱਚ ਦਾਖਲ ਹੋਇਆ ਤੇ ਉਸਨੇ ਸੋਨਾ ਵੇਖਿਆ ਤੇ ਹੈਰਾਨ ਰਹਿ ਗਿਆ। ਮੈਨੂੰ ਲੱਗਿਆ ਸੀ ਤੁਹਾਡੇ ਪਿਤਾ ਇੱਕ ਝੂਠੇ ਇਨਸਾਨ ਨੇ, ਪਰ ਉਹਨਾਂ ਨੇ ਤਾਂ ਮੈਨੂੰ ਹੈਰਾਨ ਕਰ ਦਿੱਤਾ। ਬੇਟੀ ਹੁਣ ਬਹੁਤ ਖੁਸ਼ ਸੀ ਪਰ ਉੱਥੋਂ ਭੱਜਣਾ ਚਾਹੁੰਦੀ ਸੀ, ਪਰ ਰਾਜਾ ਹੋਰ ਭੂਸਾ ਲੈ ਆਇਆ। ਜੇ ਤੂੰ ਇੱਥੋਂ ਜਾਣਾ ਚਾਹੁੰਦੀ ਹੈ ਤਾਂ ਕੱਲ ਸਵੇਰ ਤੱਕ ਇਹ ਸਾਰੇ ਭੂਸੇ ਨੂੰ ਸੋਨੇ ਵਿੱਚ ਬਦਲ ਦੇਂਗੀ। ਬੇਟੀ ਦੁਬਾਰਾ ਰੋਣ ਲੱਗੀ ਅਤੇ ਬੌਨਾ ਦੁਬਾਰਾ ਪ੍ਰਗਟ ਹੋ ਗਿਆ। ਮੈਂ ਇਸ ਨੂੰ ਸੋਨੇ ਵਿੱਚ ਬਦਲ ਦਿਆਂਗਾ, ਪਰ ਇਸ ਦੇ ਬਦਲੇ ਤੂੰ ਮੈਨੂੰ ਕੀ ਦੇ ਸਕਦੀ ਹੈ? ਬੇਟੀ ਨੇ ਆਪਣੀ ਅੰਗੂਠੀ ਕੱਢੀ ਅਤੇ ਉਹਨੂੰ ਦੇ ਦਿੱਤੀ। ਮੈਂ ਤੁਹਾਨੂੰ ਆਪਣੀ ਬਹੁਤ ਕੀਮਤੀ ਅੰਗੂਠੀ ਦੇ ਸਕਦੀ ਹਾਂ ਜੋ ਮੈਨੂੰ ਮੇਰੀ ਮਾਂ ਨੇ ਦਿੱਤੀ ਸੀ। ਬੌਨੇ ਨੂੰ ਅੰਗੂਠੀ ਮਿਲੀ ਤੇ ਉਹਨੇ ਚਰਖਾ ਚਲਾਉਣਾ ਸ਼ੁਰੂ ਕਰ ਦਿੱਤਾ। ਚੱਕਰ ਗੋਲ-ਗੋਲ ਘੁੰਮਦਾ ਗਿਆ ਤੇ ਸੋਨੇ ਨਾਲ ਭਰਦਾ ਗਿਆ। ਸਵੇਰ ਤੱਕ ਸਾਰਾ ਕੰਮ ਖਤਮ ਹੋ ਗਿਆ। ਟੋਕਰੀ ਸੋਨੇ ਨਾਲ ਭਰ ਗਈ ਸੀ। ਰਾਜਾ ਕਮਰੇ ਵਿੱਚ ਦਾਖਲ ਹੋਇਆ ਤੇ ਸੋਨਾ ਵੇਖ ਕੇ ਖੁਸ਼ ਹੋ ਗਿਆ। ਇਸ ਵਾਰ ਉਸਨੇ ਭੂਸੇ ਦਾ ਪੂਰਾ ਕਮਰਾ ਭਰ ਦਿੱਤਾ। ਜੇ ਤੂੰ ਇਹ ਸਾਰਾ ਭੂਸਾ ਸੋਨੇ ਵਿੱਚ ਬਦਲ ਦਿੱਤਾ ਤਾਂ ਮੈਂ ਪਿਓ ਤੇ ਧੀ ਨੂੰ ਮਾਫ ਕਰ ਦਿਆਂਗਾ ਤੇ ਫੇਰ ਮੈਂ ਤੈਨੂੰ ਆਪਣੀ ਰਾਣੀ ਬਣਾਵਾਂਗਾ। ਜਿਵੇਂ ਹੀ ਰਾਜਾ ਕਮਰੇ ਤੋਂ ਬਾਹਰ ਗਿਆ, ਬੌਨਾ ਫਿਰ ਤੋਂ ਪ੍ਰਗਟ ਹੋ ਗਿਆ, ਪਰ ਇਸ ਵਾਰ ਬੇਟੀ ਦੇ ਕੋਲ ਉਹਨੂੰ ਦੇਣ ਲਈ ਕੁਝ ਵੀ ਨਹੀਂ ਸੀ। ਬੌਨੇ ਨੇ ਕਿਹਾ ਕਿ ਰਾਜਾ ਨਾਲ ਵਿਆਹ ਹੋਣ ਦੇ ਬਾਅਦ ਆਪਣਾ ਪਹਿਲਾ ਬੱਚਾ ਤੂੰ ਮੈਨੂੰ ਦੇ ਦੇਂਗੀ। ਮੈਂ ਇਹ ਸਾਰਾ ਭੂਸਾ ਸੋਨੇ ਵਿੱਚ ਬਦਲ ਦਿਆਂਗਾ। ਬੇਬਸ ਧੀ ਨੇ ਉਹਦੀ ਇਹ ਸ਼ਰਤ ਮੰਨ ਲਈ। ਇਸ ਵਾਰ ਬੌਨੇ ਨੇ ਹੋਰ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਗੋਲ-ਗੋਲ ਕਤਾਈ ਚੱਕਰ ਦੇ ਰੂਪ ਵਿੱਚ ਚਰਖੇ ਨੇ ਸੋਨਾ ਭਰਨਾ ਸ਼ੁਰੂ ਕਰ ਦਿੱਤਾ। ਸਵੇਰ ਹੋ ਗਈ ਅਤੇ ਰਾਜਾ ਕਮਰੇ ਵਿੱਚ ਦਾਖਲ ਹੋਇਆ। ਉਹ ਸੋਨਾ ਵੇਖ ਕੇ ਬਹੁਤ ਖੁਸ਼ ਹੋਇਆ। ਰਾਜਾ ਨੇ ਧੀ ਦੇ ਅੱਗੇ ਵਿਆਹ ਦਾ ਪ੍ਰਸਤਾਵ ਰੱਖਿਆ। ਹੁਣ ਬੇਟੀ ਰਾਣੀ ਬਣ ਚੁੱਕੀ ਸੀ। ਕੁਝ ਚਿਰ ਬਾਅਦ ਰਾਣੀ ਨੇ ਬੱਚੇ ਨੂੰ ਜਨਮ ਦਿੱਤਾ। ਇੱਕ ਦਿਨ ਜਦ ਰਾਣੀ ਬੱਚੇ ਨੂੰ ਸੁਆ ਰਹੀ ਸੀ ਤਾਂ ਬੌਨਾ ਪ੍ਰਗਟ ਹੋਇਆ। ਤੂੰ ਮੇਰੇ ਨਾਲ ਵਾਅਦਾ ਕੀਤਾ ਸੀ, ਭੁੱਲ ਗਈ? ਨਹੀਂ, ਮੈਂ ਨਹੀਂ ਭੁੱਲੀ, ਪਰ ਕਿਰਪਾ ਕਰਕੇ ਮੇਰੇ ਬੱਚੇ ਨੂੰ ਮੇਰੇ ਤੋਂ ਦੂਰ ਨਾ ਕਰੋ। ਬੌਨੇ ਨੂੰ ਉਸ ਤੇ ਦਇਆ ਆ ਗਈ। ਉਸਨੇ ਉਸਨੂੰ ਇੱਕ ਹੋਰ ਮੌਕਾ ਦਿੱਤਾ। ਜੇ 3 ਦਿਨਾਂ ਵਿੱਚ ਤੂੰ ਇਹ ਪਤਾ ਲਾ ਲਿਆ ਕਿ ਮੇਰਾ ਨਾਂ ਕੀ ਹੈ ਤਾਂ ਮੈਂ ਤੇਰੇ ਬੱਚੇ ਨੂੰ ਨਹੀਂ ਲੈ ਕੇ ਜਾਵਾਂਗਾ। ਜਿਵੇਂ ਹੀ ਬੌਨਾ ਗਾਇਬ ਹੋਇਆ, ਰਾਣੀ ਸੋਚਣ ਲੱਗੀ। ਉਹਨੇ ਪਹਿਰੇਦਾਰ ਨੂੰ ਬੁਲਾਇਆ ਅਤੇ ਦੇਸ਼ ਦੇ ਸਾਰੇ ਇਨਾਮਾਂ ਦੀ ਸੂਚੀ ਬਣਾਉਣ ਨੂੰ ਕਿਹਾ। ਪਹਿਰੇਦਾਰ ਨੇ ਸਵੇਰ ਤੱਕ ਪੇਪਰ ਤੇ ਸਾਰੇ ਇਨਾਮਾਂ ਦੀ ਸੂਚੀ ਤਿਆਰ ਕੀਤੀ ਤੇ ਰਾਣੀ ਨੂੰ ਦੇ ਦਿੱਤੀ। ਸਵੇਰੇ ਬੌਨਾ ਫਿਰ ਤੋਂ ਪ੍ਰਗਟ ਹੋਇਆ ਅਤੇ ਰਾਣੀ ਤੋਂ ਪੁੱਛਿਆ ਉਹਦਾ ਨਾਂ ਕੀ ਹੈ। ਰਾਣੀ ਨੇ ਕਾਗਜ਼ ਤੇ ਲਿਖੇ ਨਾਂ ਪੜ੍ਹਨੇ ਸ਼ੁਰੂ ਕਰ ਦਿੱਤੇ। ਤੂੰ ਡੇਵਿਡ ਹੈ? ਨਹੀਂ, ਰॉबर्ट, ਨਹੀਂ, ਟॉम, ਨਹੀਂ, ਪੀਟਰ। ਨਹੀਂ। ਰਾਣੀ ਨੇ ਸਾਰੇ ਨਾਂ ਪੜ੍ਹ ਲਏ, ਪਰ ਬੌਨੇ ਨੇ ਕਿਹਾ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਮੈਂ ਹੁਣ ਜਾ ਰਿਹਾ ਹਾਂ, ਪਰ ਕੱਲ ਜ਼ਰੂਰ ਆਵਾਂਗਾ। ਅਤੇ ਬੌਨਾ ਗਾਇਬ ਹੋ ਗਿਆ। ਰਾਣੀ ਨੇ ਪਹਿਰੇਦਾਰ ਨੂੰ ਬੁਲਾਇਆ ਅਤੇ ਇਸ ਵਾਰ ਉਸਨੇ ਪੜੋਸੀ ਰਾਜਾਂ ਦੇ ਨਾਮਾਂ ਦੀ ਸੂਚੀ ਬਣਾਉਣ ਨੂੰ ਕਿਹਾ। ਸਵੇਰ ਹੋਣ ਤੋਂ ਪਹਿਲੇ ਹੀ ਪਹਿਰੇਦਾਰ ਨੇ ਸਾਰੇ ਨਾਮਾਂ ਦੀ ਸੂਚੀ ਇੱਕ ਕਾਗਜ਼ ਤੇ ਰਾਣੀ ਨੂੰ ਦੇ ਦਿੱਤੀ। ਸਵੇਰ ਹੋਣ ਤੇ ਬੌਨਾ ਪ੍ਰਗਟ ਹੋਇਆ। ਤਾਂ ਕੀ ਤੂੰ ਮੇਰਾ ਨਾਂ ਲੱਭ ਲਿਆ? ਬਲਤਜ਼ਰ, ਨਹੀਂ, ਹੰਸ, ਨਹੀਂ, ਮੁਸਤਫਾ, ਨਹੀਂ। ਗੁਸਤਾਵ। ਉਹਨੇ ਚਾਹੇ ਜਿੰਨੇ ਵੀ ਨਾਂ ਲਏ, ਪਰ ਉਹਦਾ ਨਾਂ ਨਹੀਂ ਲੱਭ ਸਕੀ ਸੀ। ਕੱਲ ਆਖਰੀ ਦਿਨ ਹੈ, ਮੈਂ ਵਾਪਸ ਆਵਾਂਗਾ, ਪਰ ਇਹ ਆਖਰੀ ਮੌਕਾ ਹੋਵੇਗਾ। ਧਿਆਨ ਰੱਖੀ ਆ। ਬੌਨਾ ਇੱਕ ਵਾਰ ਫੇਰ ਤੋਂ ਗਾਇਬ ਹੋ ਗਿਆ। ਰਾਣੀ ਨੇ ਪਹਿਰੇਦਾਰ ਨੂੰ ਬੁਲਾਇਆ ਤੇ ਕਿਹਾ ਕਿ ਇਸ ਵਾਰ ਹੋਰ ਜ਼ਿਆਦਾ ਦੇਸ਼ਾਂ ਦੀ ਯਾਤਰਾ ਕਰੇ ਤਾਂ ਜੋ ਜ਼ਿਆਦਾ ਨਾਂ ਲੱਭ ਸਕੇ। ਸਵੇਰ ਹੁੰਦੇ ਹੀ ਪਹਿਰੇਦਾਰ ਰਾਣੀ ਦੇ ਕੋਲ ਗਿਆ ਤੇ ਰਾਤੀ ਉਸਨੇ ਜੋ ਵੇਖਿਆ ਸੀ ਉਹ ਦੱਸਣ ਲੱਗਾ।
ਜਦੋਂ ਮੈਂ ਜੰਗਲ ਤੋਂ ਲੰਘ ਰਿਹਾ ਸੀ ਤਾਂ ਮੈਂ ਇੱਕ ਛੋਟਾ ਜਿਹਾ ਘਰ ਵੇਖਿਆ ਜਿੱਥੇ ਬੋਲਣ ਵਾਲੇ ਪੇੜ ਸੀ ਤੇ ਇੱਕ ਬੌਣਾ ਗਾਣਾ ਗਾਉਂਦੇ ਹੋਏ ਨੱਚ ਰਿਹਾ ਸੀ। ਹੁਣ ਬਣੇਗੀ ਮੇਰੀ ਧੀ, ਉਹ ਬਣੂਗੀ ਮੇਰੀ ਕਿਰਨ, ਇੰਤਜ਼ਾਰ ਦੀਆਂ ਘੜੀਆਂ ਹੋ ਗਈਆਂ ਖਤਮ, ਮੇਰਾ ਨਾਂ ਰੰਪਲ ਸਟਿਲ ਸਕਿਨ। ਰਾਣੀ ਇਹ ਸੁਣ ਕੇ ਬਹੁਤ ਖੁਸ਼ ਹੋਈ। ਸਵੇਰ ਹੋਈ ਤੇ ਬੋਨਾ ਪ੍ਰਗਟ ਹੋਇਆ। ਜਦ ਉਸਨੇ ਰਾਣੀ ਨੂੰ ਪੁੱਛਿਆ ਕਿ ਉਸਦਾ ਨਾਂ ਕੀ ਹੈ, ਰਾਣੀ ਨੇ ਇੰਜ ਜਤਾਇਆ ਜਿਵੇਂ ਉਹਨੂੰ ਪਤਾ ਹੀ ਨਹੀਂ ਹੈ ਅਤੇ ਕੁਝ ਵੱਖਰੇ ਨਾਂ ਲਏ। ਆਪਣੀ ਗਰਦਨ ਹਿਲਾਉਂਦੇ ਹੋਏ ਬੋਨਾ ਨਾ ਬੋਲਦਾ ਰਿਹਾ। ਜਿਵੇਂ ਜਿਵੇਂ ਰਾਣੀ ਦੇ ਨਾਂ ਗਲਤ ਹੁੰਦੇ ਗਏ ਉਹ ਖੁਸ਼ ਹੁੰਦਾ ਗਿਆ। ਆਖਰ ਵਿੱਚ ਰਾਣੀ ਨੇ ਉਸ ਦਾ ਨਾਂ ਲਿਆ। ਕੀ ਇਹ ਰੰਪਲ ਸਟਿਲ ਸਕਿਨ ਹੈ? ਪਰ ਇਹ ਤੈਨੂੰ ਕਿਵੇਂ ਪਤਾ ਚੱਲਿਆ? ਓਏ ਹੋ ਨਹੀਂ ਸਕਦਾ, ਤੈਨੂੰ ਜਾਦੂਗਰ ਨੇ ਦੱਸਿਆ ਹੋਵੇਗਾ। ਜਾਦੂਗਰ ਨੇ ਦੱਸਿਆ। ਹਾਂ ਬੋਨਾ ਨੇ ਆਪਣਾ ਪੈਰ ਜ਼ੋਰ ਨਾਲ ਜ਼ਮੀਨ ਤੇ ਪਟਕਿਆ। ਜ਼ਮੀਨ ਫਟ ਗਈ ਤੇ ਉਹਦਾ ਪੈਰ ਦਫਨ ਹੋ ਗਿਆ ਅਤੇ ਜਿਵੇਂ ਹੀ ਉਹਨੇ ਉਹਨੂੰ ਕੱਢਣ ਦੀ ਕੋਸ਼ਿਸ਼ ਕੀਤੀ, ਉਹਨੇ ਆਪਣਾ ਦੂਜਾ ਪੈਰ ਪਟਕਿਆ। ਜ਼ਮੀਨ ਵਿੱਚ ਦਰਾਰ ਆ ਗਈ ਤੇ ਉਹ ਜ਼ਮੀਨ ਦੇ ਅੰਦਰ ਚਲਾ ਗਿਆ। ਆਖਿਰਕਾਰ ਰਾਣੀ ਨੂੰ ਲਾਲਚੀ ਬੋਨੇ ਤੋਂ ਛੁਟਕਾਰਾ ਮਿਲਿਆ। ਰਾਣੀ ਰਾਜਾ ਦੇ ਕੋਲ ਗਈ ਅਤੇ ਇਮਾਨਦਾਰੀ ਨਾਲ ਜੋ ਵੀ ਹੋਇਆ ਸੀ ਰਾਜਾ ਨੂੰ ਦੱਸਿਆ। ਰਾਜਾ ਨੂੰ ਰਾਣੀ ਦਾ ਪਛਤਾਵਾ ਵਿਖਿਆ ਅਤੇ ਉਸਨੇ ਰਾਣੀ ਨੂੰ ਮਾਫ ਕਰ ਦਿੱਤਾ। ਉਸਦਾ ਪਿਓ ਸੱਚਮੁੱਚ ਦੰਡ ਦੇ ਲਾਇਕ ਹੈ, ਇਹ ਸੋਚ ਕੇ ਰਾਜਾ ਨੇ ਉਸਨੂੰ ਰਾਜ ਤੋਂ ਦੂਰ ਭੇਜ ਕੇ ਸਜ਼ਾ ਦਿੱਤੀ ਤੇ ਇਸ ਤਰ੍ਹਾਂ ਨਾਲ ਰਾਜਾ ਦੀ ਰਾਣੀ ਤੇ ਰਾਜਕੁਮਾਰ ਰਾਜ਼ੀ ਖੁਸ਼ੀ ਸਵਸਥ ਜੀਵਨ ਜੀਣ ਲੱਗੇ।